ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਗੱਲ ਆਪਾਂ ਕਰ ਰਹੇ ਸੀ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਦੀ। ਦਿੱਲੀ ਦੀ ਸਰਹੱਦਾਂ ਤੇ ਕਿਸਾਨ ਲਗਾਤਾਰ ਡਟੇ ਬੈਠੇ ਨੇ ਤੇ ਅੰਦੋਲਨ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ। ਦੂਜਾ ਮਹੀਨਾ ਖਤਮ ਹੋਣ ਤੇ ਆ ਗਿਆ ਹੈ, ਪਰ ਹੁਣ ਇਸ ਵੇਲੇ ਸਾਰੀ ਦੁਨੀਆ ਦੀ ਨਿਗਾਹ 26 ਜਨਵਰੀ ਦੇ ਕਿਸਾਨ ਗਣਤੰਤਰ ਪਰੇਡ ਤੇ ਲੱਗੀ ਹੋਈ ਹੈ। ਦਿੱਲੀ ਪੁਲਿਸ ਨੇ ਉਸ ਗਣਤੰਤਰ ਪਰੇਡ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ ਜਿਹੜੀ ਪੁਲਿਸ ਲਗਾਤਾਰ ਕਹਿ ਰਹੀ ਸੀ ਕਿਸਾਨਾਂ ਨੂੰ ਕਿ ਤੁਸੀਂ ਦਿੱਲੀ ਦੇ ਵਿੱਚ ਐਂਟਰ ਨਾ ਕਰੋ, ਔਰ ਬੈਰੀਕੇਡਿੰਗ ਵੀ ਕੀਤੀ ਗਈ ਸੀ ਸਿੰਘੂ ਬਾਰਡਰ ਤੇ ਵੀ, ਟਿਕਰੀ ਬਾਰਡਰ ਤੇ ਵੀ। ਤੇ ਹੁਣ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਉਹ ਬੈਰੀਕੇਡਿੰਗ ਹਟਾ ਲਈ ਜਾਵੇਗੀ। ਕਿਸਾਨ ਜਿਹੜੀ ਆਪਣਾ ਪਲਾਨ ਦਿੱਲੀ ਪੁਲਿਸ ਨੂੰ ਦੇਣਗੇ। ਤੋਂ ਲਗਭਗ 100 ਕਿਲੋਮੀਟਰ ਦੀ ਇਹ ਪਰੇਡ ਕਿਹਾ ਜਾ ਰਿਹਾ ਕਿ ਹੋਵੇਗੀ, ਔਰ ਇਸ ਦੇ ਵਿੱਚ 70,000 ਤੋਂ ਲੈ ਕੇ 1 ਲੱਖ ਤੱਕ ਟਰੈਕਟਰ ਦੇ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਲਗਾਤਾਰ ਜਿਹੜੇ ਟਰੈਕਟਰ ਉਹ ਆ ਰਹੇ ਨੇ ਹਰਿਆਣਾ ਤੋਂ, ਪੰਜਾਬ ਤੋਂ, ਉੱਤਰ ਪ੍ਰਦੇਸ਼ ਤੋਂ ਤੇ ਦੇਸ਼ ਦੇ ਹੋਰ ਭਾਗਾਂ ਤੋਂ ਵੀ ਵਫਦ ਜਿਹੜੇ ਉੱਥੇ ਪਹੁੰਚ ਰਹੇ ਨੇ ਕਿਸਾਨ ਅੰਦੋਲਨ 'ਚ। ਇੱਥੋਂ ਤੱਕ ਕਿ ਕਈ ਕਿਸਾਨ ਉੜੀਸਾ ਤੋਂ ਪੈਦਲ ਚੱਲ ਕੇ ਵੀ ਆ ਰਹੇ ਨੇ। ਸੋ ਬਹੁਤ ਵੱਡੀ ਇਹ ਪਰੇਡ ਹੋਵੇਗੀ, ਔਰ ਕਿਸਾਨ ਵੱਖੋ ਵੱਖਰੀਆਂ ਝਾਕੀਆਂ ਦੇ ਨਾਲ ਜਿਹੜੇ ਆਪਣੀਆਂ ਟਰੈਕਟਰ ਟਰਾਲੀਆਂ ਨੂੰ ਸਜਾਉਣਗੇ। ਤੋ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵੱਖੋ ਵੱਖਰੇ ਸੂਬਿਆਂ ਦੀਆਂ ਝਾਕੀਆਂ ਅਸੀਂ ਪੇਸ਼ ਕਰਾਂਗੇ, ਕਿਉਂਕਿ ਖਾਸ ਤੌਰ 'ਤੇ ਕਿਸਾਨੀ ਜੀਵਨ ਨਾਲ ਸੰਬੰਧਿਤ ਹੋਣਗੀਆਂ। ਕਿਸਾਨਾਂ ਨੇ ਇਹ ਕਿਹਾ ਕਿ ਜਿੱਥੇ ਜਵਾਨਾਂ ਦੀ ਪਰੇਡ ਜਿਹੜੀ ਹੈ ਉਹ ਹੁੰਦੀ ਹੈ ਹਰੇਕ 26 ਜਨਵਰੀ 'ਚ, ਔਰ ਸਾਰੀ ਦੁਨੀਆ ਦੇਖਦੀ ਹੈ, ਤੋ ਜਵਾਨ ਜਿਹੜੇ ਉਹ ਵੀ ਕਿਸਾਨਾਂ ਦੇ ਪੁੱਤਰ ਹੀ ਨੇ, ਬਾਰਡਰਾਂ 'ਤੇ ਰੱਖਿਆ ਕਰ ਰਹੇ ਨੇ। ਤੋ ਇਸ ਵਾਰ ਉਹਨਾਂ ਦੇ ਪਿਓ ਵੀ ਜਿਹੜੇ, ਉਹਨਾਂ ਦੇ ਪਰਿਵਾਰ ਵੀ ਜਿਹੜੇ ਉਹ ਪਰੇਡ ਕਰਨਗੇ, ਔਰ ਉਸ ਨੂੰ ਕਿਸਾਨ ਗਣਤੰਤਰ ਪਰੇਡ ਦਾ ਨਾਮ ਦਿੱਤਾ ਗਿਆ। ਦੁਨੀਆ ਭਰ ਦਾ ਮੀਡੀਆ ਉੱਥੇ ਪਹੁੰਚ ਰਿਹਾ ਹੈ ਦੇਖਣ ਲਈ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਉਹ ਪਰੇਡ ਇਹ ਕਰਨ ਜਾ ਰਹੇ ਨੇ। ਹੋ ਸਕਦਾ ਹੈ ਕਿ ਕੋਈ ਇੱਕ ਤਰ੍ਹਾਂ ਦਾ ਵਿਸ਼ਵ ਰਿਕਾਰਡ ਹੀ ਬਣੇਗਾ ਕਿ ਪਹਿਲੀ ਵਾਰੀ ਦੁਨੀਆ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਕਿਸਾਨਾਂ ਨੇ ਜੁੜ ਕੇ ਪਰੇਡ ਕੀਤੀ। ਸੋ ਸਾਰੇ NRI ਭੈਣ ਭਰਾਵਾਂ ਦੀ ਵੀ ਨਿਗਾਹ ਉੱਥੇ ਲੱਗੀ ਹੋਈ ਹੈ, ਜਿਨ੍ਹਾਂ ਦੇ ਪਰਿਵਾਰ ਉੱਥੇ ਅੰਦੋਲਨ 'ਚ ਬੈਠੇ ਨੇ। ਉਹ ਵੀ ਲਗਾਤਾਰ ਉਹਨਾਂ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਨੇ। ਹੋਰ ਜਿਹੜਾ ਜੋਸ਼ ਭਰਦਾ ਜਾ ਰਿਹਾ ਹੈ। ਪਰ ਜਦੋਂ ਆਪਾਂ ਦੂਜੇ ਪਾਸੇ ਦੇਖਦੇ ਹਾਂ ਕਿ ਇਹ ਜਿਹੜੀ ਅਸਲ ਜਿਹੜਾ ਮੁੱਦਾ ਹੈ, ਜਿਹੜਾ ਕਾਨੂੰਨ ਵਾਪਸ ਲੈਣ ਦਾ, ਉਸ ਦੇ ਵਿੱਚ ਹੁਣ ਡੈਡਲੌਕ ਪੈਦਾ ਹੋ ਗਿਆ ਹੈ। ਅਸਲ ਦੇ ਵਿੱਚ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਡੈਡਲੌਕ ਚੱਲ ਰਿਹਾ ਹੈ, ਪਰ ਉਦੋਂ ਕਿਤੇ ਨਾ ਕਿਤੇ ਗੱਲਬਾਤ ਚੱਲ ਰਹੀ ਸੀ, ਲਗਾਤਾਰ ਮੀਟਿੰਗਾਂ ਹੋ ਰਹੀਆਂ ਸੀ। ਪਰ ਹੁਣ ਜਿਹੜੀ ਹਾਲੀਆ ਮੀਟਿੰਗ ਹੋਈ ਹੈ 22 ਜਨਵਰੀ ਦੀ, ਉਸ ਦੇ ਵਿੱਚ ਜਿਹੜਾ ਸਰਕਾਰ ਨੇ ਕੋਈ ਨਵੀਂ ਤਰੀਕ ਨਹੀਂ ਦਿੱਤੀ। ਉਹਨਾਂ ਨੇ ਇਹ ਕਿਹਾ ਕਿ ਅਸੀਂ ਆਲਰੇਡੀ ਪ੍ਰਪੋਜ਼ ਕਰ ਚੁੱਕੇ ਹਾਂ ਕਿ ਅਸੀਂ 1.5 ਸਾਲ ਲਈ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰ ਦਿੰਦੇ ਹਾਂ। ਇੱਕ ਕਮੇਟੀ ਬਣਾਉਂਦੇ ਜਿਸ 'ਤੇ ਕਿਸਾਨ ਲੀਡਰ ਵੀ, ਉਹਨਾਂ ਦੇ ਨੁਮਾਇੰਦੇ ਵੀ ਸ਼ਾਮਲ ਕਰ ਲਏ ਜਾਣਗੇ, ਔਰ ਲਗਾਤਾਰ ਜਿਹੜੇ ਅਸੀਂ ਉਸ 'ਤੇ ਗੱਲ ਕਰਾਂਗੇ। ਪਰ ਕਿਸਾਨ ਲੀਡਰਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜੇ ਕਾਨੂੰਨ ਬਿਲਕੁਲ ਅਨਕੋਂਸਟੀਟਿਊਸ਼ਨਲ ਨੇ, ਗੈਰ ਸੰਵਿਧਾਨਿਕ ਨੇ, ਕਿਉਂਕਿ ਇਹ ਜਿਹੜਾ ਖੇਤੀਬਾੜੀ ਹੈ ਉਹ ਸਟੇਟ ਮਾਮਲਾ ਹੈ, ਉਹ ਰਾਜਾਂ ਦਾ ਮਾਮਲਾ ਹੈ, ਔਰ ਰਾਜਾਂ ਦੇ ਅਧਿਕਾਰਾਂ 'ਤੇ ਤੁਸੀਂ ਸਿੱਧਾ ਜਿਹੜਾ ਛਾਪਾ ਮਾਰ ਰਹੇ ਹੋ। ਇਸ ਕਰਕੇ ਇਹ ਕਾਨੂੰਨ ਵਾਪਸ ਲਓ। ਅਸੀਂ ਇਹ ਕਹਿ ਹੀ ਨਹੀਂ ਰਹੇ, ਸਾਡੀ ਮੰਗ ਹੀ ਨਹੀਂ ਕਿ ਇਹਨਾਂ ਨੂੰ ਸਸਪੈਂਡ ਕਰੋ, ਅਸੀਂ ਸਸਪੈਂਸ਼ਨ ਦੇ ਹੱਕ 'ਤੇ ਨਹੀਂ, ਤੁਸੀਂ ਇਹਨਾਂ ਨੂੰ ਵਾਪਸ ਲਓ ਅਤੇ ਵਾਪਸ ਲੈਣ ਤੋਂ ਬਾਅਦ ਹੀ ਅਸੀਂ ਇਹ ਅੰਦੋਲਨ ਖਤਮ ਕਰਾਂਗੇ। ਸੋ ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਸਰਕਾਰ ਕੀ ਰੁਖ ਕਰਦੀ ਹੈ, ਔਰ ਖਾਸ ਤੌਰ 'ਤੇ 26 ਜਨਵਰੀ ਦੀ ਗਣਤੰਤਰ ਪਰੇਡ ਜੋ ਕਿਸਾਨਾਂ ਦੀ ਹੋਣ ਜਾ ਰਹੀ ਹੈ, ਉਸ ਤੋਂ ਬਾਅਦ ਕੀ ਪ੍ਰਭਾਵ ਪੈਂਦਾ ਹੈ ਸਰਕਾਰ ਦੇ ਉੱਤੇ, ਕਿੰਨਾ ਪ੍ਰੈਸ਼ਰ ਹੋਰ ਬਣਦਾ ਹੈ। ਕਿਉਂਕਿ ਇਹ ਗੇਮ ਹੀ ਸਾਰੀ ਪ੍ਰੈਸ਼ਰ ਦੀ ਹੈ। ਜਿੰਨਾ ਜ਼ਿਆਦਾ ਉਹਨਾਂ 'ਤੇ ਪ੍ਰੈਸ਼ਰ ਬਣੇਗਾ ਲੋਕਾਂ ਦਾ, ਜਦੋਂ ਲੋਕ ਹੀ ਸੜਕਾਂ 'ਤੇ ਉਤਰ ਆਉਣਗੇ, ਕਿਉਂਕਿ ਹੁਣ ਕਿਸਾਨ ਅੰਦੋਲਨ ਨਹੀਂ, ਇੱਕ ਜਨ ਅੰਦੋਲਨ ਦਾ ਰੂਪ ਲੈ ਚੁੱਕਾ ਹੈ। ਸੋ ਆਪਣੀ ਰਿਪੋਰਟ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਗਣਤੰਤਰ ਪਰੇਡ ਜਿਹੜੀ ਕਿਸਾਨਾਂ ਦੀ ਹੋਣ ਜਾ ਰਹੀ ਹੈ, ਔਰ ਕਿਸ ਤਰ੍ਹਾਂ ਇਹਦੀਆਂ ਤਿਆਰੀਆਂ ਚੱਲ ਰਹੀਆਂ। 26 ਜਨਵਰੀ ਨੂੰ ਦਿੱਲੀ ਦੇ ਵਿੱਚ ਕਿਸਾਨਾਂ ਦੀ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਅੱਜ ਫਿਰ ਕਿਸਾਨ ਜਥੇਬੰਦੀਆਂ ਦੀ ਦਿੱਲੀ ਪੁਲਿਸ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਟਰੈਕਟਰ ਪਰੇਡ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਕਿਸਾਨ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ ਸਾਰੇ ਬੈਰੀਕੇਡ ਪੁਲਿਸ ਹਟਾਉਣ ਲਈ ਰਾਜ਼ੀ ਹੋ ਗਈ ਹੈ, ਜਿਸ ਨੂੰ ਕਿਸਾਨ ਆਗੂਆਂ ਨੇ ਵੱਡੀ ਜਿੱਤ ਦੱਸਿਆ। ਇਸ ਦੌਰਾਨ ਪ੍ਰੈਸ ਕਾਨਫਰੰਸ ਕਰਦੇ ਕਿਸਾਨ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ ਟਰੈਕਟਰ ਪਰੇਡ ਦੇ ਰੂਟ ਪਲਾਨ ਨੂੰ ਲੈ ਕੇ ਅੱਜ ਦਿੱਲੀ ਪੁਲਿਸ ਅਤੇ ਕਿਸਾਨਾਂ ਵਿਚਾਲੇ ਸਾਰੀਆਂ ਗੱਲਾਂ ਤੇ ਸਹਿਮਤੀ ਬਣ ਗਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਬਾਹਰੀ ਰਿੰਗ ਰੋਡ ਤੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸਾਡੀ ਪਰੇਡ ਦੇ ਵਿੱਚ ਕੋਈ ਹਿੰਸਾ ਨਹੀਂ ਹੋਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੂਰੀ ਪਰੇਡ ਦੇ ਵਿੱਚ ਅਨੁਸ਼ਾਸਨ ਬਣਾ ਕੇ ਰੱਖਣ। ਉਹਨਾਂ ਨੇ ਦੱਸਿਆ ਕਿ ਸਾਡੀ ਪਰੇਡ ਦੇ ਵਿੱਚ ਕੋਈ ਹਿੰਸਾ ਨਹੀਂ ਹੋਵੇਗੀ। ਉਹਨਾਂ ਨਾਲ ਹੀ ਕਿਹਾ ਕਿ ਟਰੈਕਟਰ ਪਰੇਡ ਦੇ ਰੂਟ ਦੇ ਵਿੱਚ ਕੁਝ ਬਦਲਾਅ ਕਰ ਦਿੱਤੇ ਗਏ ਹਨ ਤੇ ਪੂਰਾ ਰੂਟ ਪਲਾਨ ਐਤਵਾਰ ਨੂੰ ਜਾਰੀ ਕਰ ਦਿੱਤਾ ਜਾਵੇਗਾ ਤੇ 5 ਰੂਟਾਂ ਤੇ ਟਰੈਕਟਰ ਪਰੇਡ ਹੋਵੇਗੀ। ਕਿਸਾਨ ਆਗੂਆਂ ਨੇ ਅਪੀਲ ਕੀਤੀ ਹੈ ਕਿ ਕਿਸਾਨ ਟਰੈਕਟਰਾਂ ਤੇ ਕਿਸਾਨਾਂ ਦੀ ਹਾਲਤ ਨੂੰ ਦਰਸਾਉਂਦਿਆਂ ਝਾਂਕੀਆਂ ਕੱਢਣਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨੇ ਟਰੈਕਟਰ ਦਿੱਲੀ ਆਉਣਗੇ ਉਹ ਸਾਰੇ ਪਰੇਡ ਦੇ ਵਿੱਚ ਸ਼ਾਮਲ ਹੋਣਗੇ। ਇਸ ਪਰੇਡ ਦਾ ਕੋਈ ਇੱਕ ਰੂਟ ਨਹੀਂ ਹੋਵੇਗਾ। ਯੋਗੇਂਦਰ ਯਾਦਵ ਨੇ ਕਿਹਾ ਕਿ ਟਰੈਕਟਰ ਪਰੇਡ ਲਈ ਟਾਈਮ ਦਾ ਕੋਈ ਲਿਮਿਟ ਨਹੀਂ ਹੈ ਤੇ ਨਾ ਹੀ ਟਰੈਕਟਰਾਂ ਦੀ ਗਿਣਤੀ ਤੇ ਕੋਈ ਪਾਬੰਦੀ ਹੈ। ਉਹਨਾਂ ਨਾਲ ਹੀ ਕਿਹਾ ਕਿ ਰੂਟ ਦੇ ਵਿੱਚ ਜਿੱਥੇ-ਜਿੱਥੇ ਸਾਡੇ ਮੋਰਚੇ ਹਨ ਉੱਥੇ ਹੀ ਉਹ ਅੱਗੇ ਵਧਣਗੇ ਤੇ ਬੈਰੀਕੇਡ ਖੋਲ ਦਿੱਤੇ ਜਾਣਗੇ। ਉਹਨਾਂ ਨਾਲ ਹੀ ਕਿਹਾ ਕਿ ਕਰੀਬ 100 ਕਿਲੋਮੀਟਰ ਤੱਕ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਕੀਤੀ ਜਾਵੇਗੀ, ਜਿਸ ਤੋਂ ਬਾਅਦ ਸਾਰੇ ਕਿਸਾਨ ਬਾਰਡਰਾਂ ਤੇ ਵਾਪਸ ਆ ਜਾਣਗੇ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਹੁਣ ਤੱਕ 11ਵੇਂ ਗੇੜ ਦੀ ਗੱਲਬਾਤ ਹੋ ਚੁੱਕੀ ਹੈ, ਪਰ ਕੋਈ ਨਤੀਜਾ ਨਹੀਂ ਸਾਹਮਣੇ ਆਇਆ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਕਿਸਾਨ ਇੱਕ ਵਾਰ ਮੁੜ ਤੋਂ ਸਰਕਾਰ ਦੀ ਪ੍ਰਪੋਜ਼ਲ ਤੇ ਵਿਚਾਰ ਕਰ ਲੈਣ, ਪਰ ਕਿਸਾਨਾਂ ਨੇ ਸਾਫ਼ ਮਨਾ ਕਰ ਦਿੱਤਾ। ਤੋਮਰ ਨੇ ਕਿਹਾ ਕਿ ਅਸੀਂ ਜੋ ਪ੍ਰਸਤਾਵ ਦਿੱਤਾ ਹੈ ਉਹ ਤੁਹਾਡੇ ਹਿੱਤ ਦੇ ਵਿੱਚ ਹੈ, ਅਸੀਂ ਇਸ ਤੋਂ ਬਿਹਤਰ ਕੁਝ ਨਹੀਂ ਕਰ ਸਕਦੇ। 100 किलोमीटर से ज्यादा दिल्ली के अंदर चलेगी ये परेड और अलग अलग पॉइंट्स से चलेगी। 26 तारीख को गणतंत्र दिवस पे गण की प्रतिष्ठा बनाने के लिए, क्योंकि तंत्र था जो गण के ऊपर बैठ गया था, गण की प्रतिष्ठा को बनाने के लिए किसान गणतंत्र दिवस परेड करेगा इस देश में पहली बार। सारे के सारे बैरिकेड खुलेंगे, हम दिल्ली के अंदर जाएंगे, मार्च करेंगे। रूट के बारे में मोटे तौर पे सहमति बन गई है। 26 जनवरी को हम अपने दिल की भावना व्यक्त करने अपनी राजधानी के अंदर जाएंगे और एक ऐसी ऐतिहासिक किसान परेड होगी, किसान गणतंत्र परेड होगी जैसी इस देश ने कभी नहीं देखी। शांतिपूर्वक होगी और इस देश के गणतंत्र दिवस परेड पे या इस देश की सुरक्षा आन बान पे कोई छींटा नहीं पड़ेगा। पहले पुलिस की तरफ से ये आ रहा था कि आप लिमिट कर दो, इतने ट्रैक्टर आएंगे, ऐसी कोई लिमिट मंजूर नहीं हुई है। जो ट्रैक्टर आएंगे सब इसमें पार्टिसिपेट करेंगे। रही रूट की बात, रूट में जहाँ जहाँ पे हमारे मोर्चे हैं, जितने भी मोर्चे हैं, सब आगे बढ़े, यानी कि सब बैरिकेड खुलेंगे, सब अपने आगे की सड़कों पे जाएंगे। उसके बाद लगभग 80% रूट डिसाइड हो चुका है। थोड़ा सा आज हमारे साथियों ने रात को रैकी करके कुछ माइनर पॉइंट्स को सेटल करना है, इसलिए आपको वो हम सारी सूचना कल शेयर करेंगे। सिंगल रूट नहीं है, ये सारी की सारी परेड किसी एक सिंगल रूट पे नहीं चल सकती। अलग अलग जहां से एंट्री पॉइंट होगा उसका अलग अलग रूट होगा। ਸੋ ਦੋਸਤੋ, ਅਗਲੀ ਖਬਰ ਵੀ ਜਿਹੜੀ ਉਹ ਕਿਸਾਨ ਅੰਦੋਲਨ ਨਾਲ ਸੰਬੰਧਿਤ ਹੈ। ਤਾਂ ਕਿਉਂਕਿ ਏਡੀ ਵੱਡੀ ਜਿਹੜੀ ਪਰੇਡ ਹੋਣ ਕਰਕੇ ਬਹੁਤ ਸਾਰੇ ਜਿਹੜੇ ਡਰ ਵੀ ਪੈਦਾ ਹੋ ਜਾਂਦੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਵਾਇਲੈਂਸ ਕੋਈ ਕ੍ਰੀਏਟ ਕਰਨ ਦੀ ਉਸ ਦੇ ਵਿੱਚ ਕੋਸ਼ਿਸ਼ ਨਾ ਕਰੇ, ਕੋਈ ਜਿਹੜੀਆਂ ਏਜੰਸੀਆਂ ਦੇ ਕੋਈ ਬੰਦੇ ਨਾ ਉਸ ਦੇ ਵਿੱਚ ਸ਼ਾਮਲ ਹੋ ਜਾਣ, ਜਾਂ ਕੋਈ ਜਿਹੜੇ ਇਸ ਅੰਦੋਲਨ ਦੇ ਵਿਰੋਧੀ ਪਾਰਟੀਆਂ ਨੇ ਔਰ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਅੰਦੋਲਨ ਖਤਮ ਹੋ ਜਾਵੇ, ਉਹ ਕੋਈ ਸ਼ਰਾਰਤ ਨਾ ਕਰਨ। ਕਿਉਂਕਿ ਪਿਛਲੇ ਦਿਨਾਂ 'ਚ ਵੀ ਜਾਂ ਆਪਾਂ ਇਤਿਹਾਸ 'ਤੇ ਵੀ ਜਦੋਂ ਨਿਗਾਹ ਮਾਰੀਏ, ਬਹੁਤ ਸਾਰੇ ਅੰਦੋਲਨ ਜਿਹੜੇ ਉਹ ਇਸ ਤਰ੍ਹਾਂ ਦੀ ਜਿਹੜੀ ਹਿੰਸਾ ਕਰਕੇ ਹੀ ਖਤਮ ਕੀਤੇ ਗਏ। ਜਦੋਂ ਹਿੰਸਾ ਦੀ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਤੇ ਉਦੋਂ ਸਰਕਾਰ ਨੂੰ ਇੱਕ ਬਹਾਨਾ ਮਿਲ ਜਾਂਦਾ ਹੈ ਕਿ ਹੁਣ ਇਹ ਜਿਹੜਾ ਅੰਦੋਲਨ ਹਿੰਸਕ ਹੋ ਚੁੱਕਾ ਹੈ, ਸ਼ਾਂਤ ਨਹੀਂ ਰਿਹਾ, ਤੇ ਜਿਹੜੇ ਲੋਕ ਆ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਤੇ ਆਮ ਲੋਕਾਂ ਨੂੰ ਵੀ ਇਸ ਦਾ ਖਤਰਾ ਹੋ ਸਕਦਾ ਹੈ। ਇਸ ਅੰਦੋਲਨ ਦੀ ਇੱਕ ਵੱਖਰੀ ਗੱਲ ਇਹ ਹੈ ਕਿ ਇਸ 'ਚ ਬਹੁਤ ਵੱਡੀ ਗਿਣਤੀ 'ਚ ਬਜ਼ੁਰਗ, ਔਰਤਾਂ ਤੇ ਬੱਚੇ ਵੀ ਸ਼ਾਮਲ ਨੇ। ਤੋ ਜਿਸ ਕਰਕੇ ਸਰਕਾਰ ਦੇ ਲਈ ਕੋਈ ਵੀ ਸਟੈਪ ਪੁੱਟਣਾ ਆਪਣੀ ਪੁਲਿਸ ਦੀ ਸਹਾਇਤਾ ਦੇ ਨਾਲ ਔਖਾ ਹੁੰਦਾ ਜਾ ਰਿਹਾ, ਕਿਉਂਕਿ ਜਦੋਂ ਹਰ ਇੱਕ ਆਮ ਬੰਦਾ ਉਸ ਅੰਦੋਲਨ ਦਾ ਹਿੱਸਾ ਹੋਵੇ, ਖਾਸ ਤੌਰ 'ਤੇ ਉਹ ਲੋਕ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਘਰਾਂ ਦੇ ਵਿੱਚ ਹੀ ਆਮ ਤੌਰ 'ਤੇ ਰਹਿੰਦੇ ਨੇ ਸਾਡੇ ਬਜ਼ੁਰਗ, ਜਦੋਂ ਉਹ ਵੀ ਇੰਨੀ ਠੰਡ 'ਚ ਸੜਕਾਂ 'ਤੇ ਬੈਠੇ ਹੋਣ ਤਾਂ ਸਰਕਾਰ ਲਈ ਕੋਈ ਵੀ ਕਾਰਵਾਈ ਕਰਨੀ ਮੁਸ਼ਕਲ ਹੁੰਦੀ ਹੈ। ਸੋ ਇਸੇ ਤਰ੍ਹਾਂ ਦਾ ਇੱਕ ਸ਼ੱਕੀ ਵਿਅਕਤੀ ਜਿਹੜਾ ਕਿਸਾਨਾਂ ਵੱਲੋਂ ਫੜਿਆ ਗਿਆ, ਜਿਸ ਦੇ ਬਾਰੇ ਗੱਲ ਸਾਹਮਣੇ ਆਈ, ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਸ 'ਤੇ ਉਸ ਸ਼ੱਕੀ ਵਿਅਕਤੀ ਨੇ ਬਿਆਨ ਦਿੱਤਾ ਕਿ ਸਾਡੀ ਇੱਕ ਪੂਰੀ ਦੀ ਪੂਰੀ ਟੀਮ ਜਿਹੜੀ ਸਰਗਰਮ ਸੀਗੀ ਇਸ ਅੰਦੋਲਨ ਦੇ ਵਿੱਚ ਖੱਪ ਪੈਦਾ ਕਰਨ ਦੇ ਲਈ, ਔਰ ਕਿਸਾਨ ਲੀਡਰਾਂ ਨੂੰ ਇਹ ਸ਼ੂਟ ਵੀ ਕਰਨਾ ਸੀ, ਨਿਸ਼ਾਨਾ ਬਣਾਉਣਾ ਸੀ। ਕੋਈ ਸ਼ੂਟਰ ਵੀ ਸਾਡੀ ਟੀਮ ਦੇ ਵਿੱਚ ਸ਼ਾਮਲ ਨੇ। ਔਰ ਇਸ ਤੋਂ ਬਿਨਾਂ ਉਸਨੇ ਇਹ ਵੀ ਕਿਹਾ ਕਿ ਜਿਹੜਾ ਕੁਝ ਪਥਰਾਅ ਦੀਆਂ ਘਟਨਾਵਾਂ ਵੀ ਕਰਨੀਆਂ ਸਨ ਪੁਲਿਸ ਦੇ ਉੱਤੇ, ਤਾਂ ਕਿ ਪੁਲਿਸ ਨੂੰ ਮੌਕਾ ਮਿਲੇ ਇਸ ਅੰਦੋਲਨ ਨੂੰ ਕੁਚਲਣ ਦਾ। ਉਸ ਤੋਂ ਬਾਅਦ ਉਹ ਸ਼ੱਕੀ ਵਿਅਕਤੀ ਪੁਲਿਸ ਨੂੰ ਦੇ ਦਿੱਤਾ ਗਿਆ, ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਸਨੇ ਬਿਆਨ ਪਲਟ ਵੀ ਲਿਆ ਕਿ ਮੇਰੇ ਉੱਤੇ ਦਬਾਅ ਸੀ, ਮੈਨੂੰ ਕੁੱਟਿਆ ਗਿਆ, ਮਾਰਿਆ ਗਿਆ, ਇਸ ਕਰਕੇ ਮੈਂ ਬਿਆਨ ਦਿੱਤਾ। ਪਰ ਉਸ ਕਿਸੇ ਵੀ ਵੀਡੀਓ ਦੀ ਅਜੇ ਪੁਸ਼ਟੀ ਜਿਹੜੀ ਪੁਲਿਸ ਦੁਆਰਾ ਨਹੀਂ ਕੀਤੀ ਗਈ। ਪਰ ਇਸ ਤਰ੍ਹਾਂ ਦਾ ਡਰ ਤਾਂ ਹਜੇ ਵੀ ਬਣਿਆ ਹੋਇਆ ਹੈ, ਕਿਉਂਕਿ ਅੰਦੋਲਨ ਦੇ ਕਰਕੇ ਜੋ ਸਥਿਤੀ ਸਰਕਾਰ ਦੀ ਬਣੀ ਹੈ ਵਿਸ਼ਵ ਭਰ ਦੇ ਵਿੱਚ, ਉਸ ਦੇ ਕਰਕੇ ਸਰਕਾਰ ਜਾਂ ਉਸ ਦੇ ਜਿਹੜੇ ਸਹਿਯੋਗੀ ਉਹਨਾਂ ਨੂੰ ਵੀ ਲੱਗਦਾ ਹੋਵੇਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਅੰਦੋਲਨ ਦੇ ਵਿੱਚ ਕੋਈ ਫੁੱਟ ਪਾਈ ਜਾਵੇ, ਚਾਹੇ ਇਸ ਦੇ ਲੀਡਰਾਂ ਦੇ ਵਿੱਚ
ਜਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਉੱਥੇ ਹੋਵੇ ਜਿਸ ਨਾਲ ਅੰਦੋਲਨ ਦੀ ਗਲਤ ਤਸਵੀਰ ਦੁਨੀਆ ਦੇ ਸਾਹਮਣੇ ਪੇਸ਼ ਹੋਵੇ। ਪਰ ਇਸ ਦੇ ਵੇਲੇ ਜਿਹੜੇ ਕਿਸਾਨ ਲੀਡਰ ਨੇ ਪੂਰੇ ਸੁਚੇਤ ਨੇ, ਪੂਰੀ ਸੁਚੇਤਤਾ ਦੇ ਨਾਲ ਉਹ ਕੰਮ ਕਰ ਰਹੇ ਨੇ ਔਰ ਦੇਖ ਰਹੇ ਨੇ ਕਿ ਉਹਨਾਂ ਦੇ ਵਲੰਟੀਅਰਸ ਵੀ ਦੇਖ ਰਹੇ ਨੇ ਕਿ ਕੋਈ ਇਸ ਤਰ੍ਹਾਂ ਦੇ ਖੱਪਖਾਨਾ ਨਾ ਹੋਵੇ। ਲੋਕਾਂ ਨੂੰ ਵੀ ਸ਼ਾਂਤੀ ਦੀਆਂ ਅਪੀਲਾਂ ਕਰ ਰਹੇ ਨੇ ਲੀਡਰ ਕਿ ਸ਼ਾਂਤਮਈ ਢੰਗ ਨਾਲ ਜਿਹੜਾ ਦੇਸ਼ ਦਾ ਝੰਡਾ ਲਗਾ ਕੇ ਜਾਂ ਕਿਸਾਨਾਂ ਦੇ ਜਿਹੜੇ ਯੂਨੀਅਨਾਂ ਦੇ ਝੰਡੇ ਉਹੀ ਆਪਣੇ ਟਰੈਕਟਰਾਂ 'ਤੇ ਲਗਾਏ ਜਾਣ। ਕੋਈ ਵੀ ਜਿਹੜਾ ਝੰਡਾ ਕਿਸੇ ਰਾਜਨੀਤਿਕ ਪਾਰਟੀ ਦਾ ਨਾਂ ਲਗਾਇਆ ਜਾਵੇ ਤਾਂ ਕਿ ਇਹ ਇੰਪਰੈਸ਼ਨ ਆ ਜਾਵੇ ਕਿ ਇਹ ਕਿਸੇ ਪਾਰਟੀ ਨਾਲ ਸੰਬੰਧਿਤ ਅੰਦੋਲਨ ਹੋ ਰਿਹਾ ਹੈ। ਤਾਂ ਆਪਾਂ ਆਪਣੀ ਰਿਪੋਰਟ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਸ਼ੱਕੀ ਵਿਅਕਤੀ ਜਿਹੜਾ ਉੱਥੇ ਫੜਿਆ ਗਿਆ ਅੰਦੋਲਨ ਵਾਲੀ ਜਗ੍ਹਾ 'ਤੇ ਔਰ 4 ਕਿਸਾਨ ਲੀਡਰਾਂ ਨੂੰ ਗੋਲੀ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਅਤੇ ਆਉਣ ਵਾਲੀ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਦਿੱਲੀ ਦੇ ਵਿੱਚ ਵੱਡੀ ਗੜਬੜ ਕਰਨ ਦਾ ਦਾਅਵਾ ਕਰਨ ਵਾਲਾ ਨੌਜਵਾਨ ਯੋਗੇਸ਼ ਕੁਝ ਹੀ ਘੰਟਿਆਂ ਬਾਅਦ ਆਪਣੇ ਬਿਆਨ ਤੋਂ ਪਲਟ ਗਿਆ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸੱਚੀ ਹੈ ਜਾਂ ਝੂਠੀ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਇਸ ਵਾਇਰਲ ਵੀਡੀਓ ਦੇ ਵਿੱਚ ਸ਼ੱਕੀ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਬਿਆਨ ਕਿਸਾਨ ਆਗੂਆਂ ਦੇ ਦਬਾਅ ਦੇ ਵਿੱਚ ਦਿੱਤਾ ਹੈ। ਫਿਲਹਾਲ ਸੋਨੀਪਤ ਪੁਲਿਸ ਕਾਬੂ ਕੀਤੇ ਸ਼ੱਕੀ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਮੁਲਜ਼ਮ ਤੋਂ ਹਥਿਆਰ ਸਪਲਾਈ ਕਰਨ ਦੀ ਗੱਲ ਤੋਂ ਪੁਲਿਸ ਇਨਕਾਰ ਕਰ ਰਹੀ ਹੈ। ਉਧਰ ਕਿਸਾਨਾਂ ਨੇ ਵੀ ਇਸ ਵੀਡੀਓ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ। ਦਰਅਸਲ ਖੇਤੀ ਬਿੱਲਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਕਿਸਾਨ ਅੰਦੋਲਨ ਦੌਰਾਨ ਹਿੰਸਾ ਫੈਲਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਸੀ ਅਤੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਸ ਵਿਅਕਤੀ ਨੂੰ ਫੜਿਆ ਹੈ ਤੇ ਉਸਨੇ ਮੰਨਿਆ ਹੈ ਕਿ ਉਹ ਮੋਰਚੇ ਦੇ ਵਿੱਚ ਖਰਾਬੀ ਕਰਨ ਲਈ ਆਇਆ ਸੀ। ਬੀਤੀ ਰਾਤ ਕਰੀਬ 10:30 ਵਜੇ ਸਿੰਘੂ ਬਾਰਡਰ ਤੇ ਕਿਸਾਨ ਆਗੂਆਂ ਨੇ ਇੱਕ ਨਕਾਬਪੋਸ਼ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਅਕਤੀ ਸਾਜ਼ਿਸ਼ ਦੇ ਤਹਿਤ ਮੋਰਚੇ 'ਚ ਆਇਆ ਸੀ। ਇਸ ਦਾ ਇਰਾਦਾ 4 ਕਿਸਾਨ ਆਗੂਆਂ ਨੂੰ ਮਾਰ ਕੇ ਮੋਰਚੇ ਦੇ ਵਿੱਚ ਗੜਬੜੀ ਕਰਨਾ ਸੀ। ਉਸ ਦਾ ਕਹਿਣਾ ਸੀ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਗੋਲੀਆਂ ਚਲਾਉਣ ਦੀ ਯੋਜਨਾ ਸੀ। ਸ਼ੱਕੀ ਨੌਜਵਾਨ ਨੇ ਦੱਸਿਆ ਸੀ ਕਿ ਉਹ ਪੈਸੇ ਲਈ ਕੰਮ ਕਰਦਾ ਹੈ। ਇਸ ਕੰਮ ਲਈ 10,000 ਰੁਪਏ ਦੇ ਵਿੱਚ ਉਸ ਦੀ ਡੀਲ ਹੋਈ ਹੈ। ਇਸ ਸ਼ਖਸ ਨੇ ਦੱਸਿਆ ਕਿ ਜਿਹੜੇ 4 ਲੀਡਰਾਂ ਨੂੰ ਸ਼ੂਟ ਕਰਨ ਦੇ ਹੁਕਮ ਹਨ, ਉਹਨਾਂ ਲੋਕਾਂ ਦੀਆਂ ਉਹਨਾਂ ਕੋਲ ਫੋਟੋਆਂ ਨੇ, ਪਰ ਉਹਨਾਂ ਦਾ ਉਹ ਨਾਮ ਨਹੀਂ ਜਾਣਦੇ। ਇਸ ਮਗਰੋਂ ਕਿਸਾਨਾਂ ਨੇ ਇਸ ਵਿਅਕਤੀ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਨੌਜਵਾਨ ਨੇ ਰਾਈ ਥਾਣੇ ਦੇ SHO ਦਾ ਨਾਂ ਲਿਆ ਸੀ, ਉਹ ਵੀ ਝੂਠ ਦੱਸਿਆ ਜਾ ਰਿਹਾ ਹੈ। मैं सोनीपत का योगेश सिंह 19 तारीख को मेरे मामा का लड़का हुआ था, मैं वहां पे गया था। मैं दिल्ली बस DTC बस में आया था, DTC बस में आया था और दिल्ली पुलिस ने मुझे वहां से पैदल नरेला से आगे भेजा था सर। 19 तारीख को शाम को 4:30 बजे मैं वहां पे कुंडली एरिया में जा रहा था, तो उन्होंने मुझे ये कहा, मैंने उनको सिर्फ इतना झूठ बोला कि यहाँ पे कोई लड़की छेड़ रहा है। हालांकि वहां कोई छेड़ रहा था, उनको ये लगा कि इन्होंने मुझे छेड़ा है, ये लड़की को छेड़ रहा है। उन्होंने मुझे लेके गए, उन्होंने फिर मुझे कैंप में ले जाके उन्होंने पहले मुझे मारा, काफी मारा, पैंट वैंट उतार के काफी मारा। फिर मुझे ट्रॉली में उल्टा लटका के बेल्टों से मारा। फिर उन्होंने अगले दिन उन्होंने मुझसे ये कहा, जो हम बोलेंगे वो करेगा। मैंने कहा ठीक है सर। फिर उन्होंने मुझे मारने के बाद फिर उन्होंने खाना वाना खिलाया। उन्होंने फिर ये कहा हम जैसे जैसे बोलेंगे वैसे वैसे तुझे बोलना है। फिर उन्होंने मुझे रात को मारने के बाद दारू पिलाई। उन्होंने फिर मेरे से वीडियो बना के फिर मुझे अगले दिन वहां पे बिठाया। ਸੋ ਦੋਸਤੋ, ਪ੍ਰੋਗਰਾਮ ਦੀ ਜਿਹੜੀ ਆਖਰੀ ਖਬਰ ਹੈ ਉਸ ਦਾ ਸੰਬੰਧ ਕੈਨੇਡਾ ਦੇ ਨਾਲ ਵੀ ਹੈ ਤੇ ਨਾਲ ਦੀ ਨਾਲ ਅਮਰੀਕਾ ਦੇ ਨਾਲ ਵੀ ਹੈ। ਉਹ ਇਸ ਤਰ੍ਹਾਂ ਕਿ ਅਮਰੀਕਾ ਦੇ ਵਿੱਚ ਜਿਹੜੀ ਜੋ ਬਾਈਡਨ ਗਵਰਨਮੈਂਟ ਦੀ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਪਹਿਲਾਂ ਵੀ, ਐਗਜ਼ੀਕਿਊਟਿਵ ਆਰਡਰ, ਉਸ ਦਾ ਇੱਕ ਆਰਡਰ ਦਾ ਸੰਬੰਧ ਜਿਹੜਾ ਹੈ ਉਹ ਕੈਨੇਡਾ ਦੇ ਨਾਲ ਹੈ ਔਰ ਕੈਨੇਡਾ ਦੇ ਉੱਤੇ, ਖਾਸ ਤੌਰ ਤੇ ਕੈਨੇਡਾ ਦੇ ਵੈਸਟਰਨ ਪਾਰਟ ਦੇ ਉੱਤੇ ਉਸ ਦਾ ਬਹੁਤ ਵੱਡਾ ਪ੍ਰਭਾਵ ਪਿਆ ਹੈ ਔਰ ਬਹੁਤ ਜ਼ਿਆਦਾ ਪ੍ਰਤੀਕਿਰਿਆਵਾਂ ਵੀ ਆਈਆਂ ਨੇ ਪੋਲੀਟੀਕਲ ਪਾਰਟੀਜ਼ ਵੱਲੋਂ ਵੀ ਔਰ ਇੰਡਸਟਰੀ ਦੇ ਲੋਕਾਂ ਵੱਲੋਂ ਵੀ, ਔਰ ਉਹ ਹੈ ਕੀਸਟੋਨ XL ਪਾਈਪਲਾਈਨ ਦਾ ਮੁੱਦਾ। ਸੋ ਆਪਾਂ ਜਾਣਦੇ ਕਿ ਕੀਸਟੋਨ XL ਪਾਈਪਲਾਈਨ ਜਿਹੜੀ ਹੈ ਉਹ ਬੜਾ ਹੀ ਮਹੱਤਵਕਾਂਸ਼ੀ ਜਿਹੜਾ ਪ੍ਰੋਜੈਕਟ ਹੈ, ਉਸ ਦੇ ਉੱਤੇ ਬੜੇ ਲੋਕਾਂ ਦੀ ਨਿਗਾਹ ਲੱਗੀ ਹੋਈ ਸੀ। ਪਹਿਲਾਂ ਵੀ ਜਦੋਂ ਓਬਾਮਾ ਗਵਰਨਮੈਂਟ ਸੀਗੀ ਉਸਨੇ ਵੀ ਉਸ ਨੂੰ ਕੈਂਸਲ ਕਰ ਦਿੱਤਾ ਔਰ ਟਰੰਪ ਗਵਰਨਮੈਂਟ ਵੱਲੋਂ ਉਸ ਨੂੰ ਪਾਸ ਕੀਤਾ ਗਿਆ। ਉਸ ਦੇ ਉੱਤੇ ਕੰਮ ਸ਼ੁਰੂ ਹੋ ਚੁੱਕਾ। TC ਐਨਰਜੀ ਜਿਹੜੀ ਕੰਪਨੀ ਹੈ ਬਹੁਤ ਵੱਡੀ, ਤੇ ਅਲਬਰਟਾ ਗਵਰਨਮੈਂਟ ਦਾ ਸਾਂਝਾ ਪ੍ਰੋਜੈਕਟ ਹੈ। ਉਸ ਦੇ ਵਿੱਚ ਕੀ ਹੈ, ਅਲਬਰਟਾ ਤੋਂ ਜਿਹੜੀ ਪਾਈਪਲਾਈਨ ਹੈ ਉਹ ਜਾਣੀ ਹੈ ਅਮਰੀਕਾ ਦੇ ਵਿੱਚ ਨੇਬਰਾਸਕਾ ਤੱਕ, ਜਿੱਥੇ ਕਿ ਗਲਫ ਕੋਸਟ ਜਿਹਨੂੰ ਕਹਿ ਸਕਦੇ, ਜਿੱਥੇ ਕਿ ਰਿਫਾਈਨਰੀਜ਼ ਨੇ। ਸੋ ਜਿਹੜਾ ਅਲਬਰਟਾ ਦੇ ਵਿੱਚ ਤੇਲ ਹੈ, ਬਿਟੂਮਿਨ ਆਇਲ ਹੈ, ਉਹ ਭਾਰਾ ਤੇਲ ਹੈ, ਉਹ ਉਸ ਤੇਲ ਨੂੰ ਉਹਨਾਂ ਪਾਈਪਾਂ ਰਾਹੀਂ ਉੱਥੋਂ ਤੱਕ ਪਹੁੰਚਾਇਆ ਜਾਂਦਾ। ਪਹਿਲਾਂ ਵੀ ਜਿਹੜੀ ਕੀਸਟੋਨ ਦਾ ਪ੍ਰੋਜੈਕਟ ਇੱਕ ਚੱਲ ਰਿਹਾ ਹੈ ਆਲਰੇਡੀ, ਪਰ ਇਹ ਬਹੁਤ ਵੱਡਾ ਪ੍ਰੋਜੈਕਟ ਇਸ ਨੂੰ ਵੀ ਮੰਨਿਆ ਜਾਂਦਾ ਹੈ ਕਿਉਂਕਿ ਬਹੁਤ ਜ਼ਿਆਦਾ, ਲਗਭਗ 800,000 ਜਿਹੜਾ ਬੈਰਲ ਤੇਲ ਉਹ ਰੋਜ਼ਾਨਾ ਦਾ ਉਸ ਪਾਈਪਲਾਈਨ ਰਾਹੀਂ ਜਿਹੜਾ ਉਹ ਕੈਨੇਡਾ ਤੋਂ ਉੱਥੇ ਭੇਜਿਆ ਜਾਣਾ ਸੀ ਰਿਫਾਈਨਰੀ ਦੇ ਵਿੱਚ। ਉਸ ਤੋਂ ਬਾਅਦ
ਵੱਡੀ ਮਾਰਕੀਟ ਬਣ ਜਾਂਦੀ ਹੈ। ਖਾਸ ਤੌਰ ਤੇ ਜਿਹੜੀ ਅਲਬਰਟਾ ਸੈਂਡਸ ਆ ਉਹਨਾਂ ਦੇ ਲਈ, ਸਸਕੈਚੁਅਨ ਦੇ ਲਈ ਇਸ ਪ੍ਰੋਜੈਕਟ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੇ ਲਈ ਬਹੁਤ ਸਾਰੀਆਂ ਜੌਬਸ ਜਿਹੜੀਆਂ ਕ੍ਰੀਏਟ ਹੋਣਗੀਆਂ। ਖਾਸ ਤੌਰ ਤੇ ਜਿਹੜਾ ਕੰਸਟਰਕਸ਼ਨ ਦੀ ਗੱਲ ਆਉਂਦੀ ਹੈ, ਕਿਉਂਕਿ ਕੰਸਟਰਕਸ਼ਨ ਚੱਲ ਰਹੀ ਤੇ ਬਹੁਤ ਲੋਕੀ ਕੰਸਟਰਕਸ਼ਨ ਕਰੂਜ਼ ਦੇ ਤੌਰ ਤੇ ਜੁੜੇ ਹੋਏ ਸਨ। ਤੇ ਉਸ ਤੋਂ ਬਾਅਦ ਵੀ ਕਹਿੰਦੇ ਕਿ ਲਗਭਗ 60,000 ਦੇ ਕਰੀਬ ਜਿਹੜੀਆਂ ਜੌਬਸ ਕੈਨੇਡਾ, ਅਮਰੀਕਾ ਦੇ ਵਿੱਚ ਨਵੀਆਂ ਜਿਹੜੀਆਂ ਇਸ ਦੇ ਨਾਲ ਕ੍ਰੀਏਟ ਹੋਣੀਆਂ ਸਨ। ਪਰ ਜਦੋਂ ਜੋ ਬਾਈਡਨ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਜਿਹੜੀ ਇਹ ਕਲਾਈਮੇਟ ਚੇਂਜ ਪਾਲਿਸੀ ਹੈ ਉਸ ਦੇ ਵਿੱਚ ਉਹਨੇ ਲੋਕਾਂ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕਲਾਈਮੇਟ ਚੇਂਜ ਦੇ ਵਿੱਚ ਜਿਹੜੀ ਫੋਸਲ ਫਿਊਲ ਬੇਸਡ ਇੰਡਸਟਰੀ ਹੈ ਉਸ 'ਤੇ ਉਹ ਰੋਕ ਲਗਾਉਣਗੇ, ਉਸ ਨੂੰ ਉਹ ਰੋਕਣਗੇ। ਤਾਂ ਉਸੇ ਦੇ ਸੰਦਰਭ 'ਚ ਉਹਨਾਂ ਨੇ ਪਹਿਲੇ ਐਗਜ਼ੀਕਿਊਟਿਵ ਆਰਡਰਸ ਦੇ ਵਿੱਚ ਇਹ ਫੈਸਲਾ ਲਿਆ। ਬਹੁਤ ਵੱਡਾ ਇਸ ਦਾ ਵਿਰੋਧ ਹੋਇਆ। ਖਾਸ ਤੌਰ 'ਤੇ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੇਨੀ ਨੇ ਬੜੇ ਸਖਤ ਸ਼ਬਦਾਂ 'ਚ ਕਿਹਾ ਕਿ ਫੈਡਰਲ ਗਵਰਨਮੈਂਟ ਨੂੰ ਇਸ ਦੇ ਲਈ ਜਿਹੜਾ ਉਹ ਆਪਣਾ ਸੁਨੇਹਾ ਪਹੁੰਚਾਉਣਾ ਚਾਹੀਦਾ ਹੈ ਜੋ ਬਾਈਡਨ ਹੋਣਾ ਤੱਕ। ਔਰ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਸੈਂਕਸ਼ਨਸ ਲਗਾ ਦੇਣੀਆਂ ਚਾਹੀਦੀਆਂ ਹੈ ਕੈਨੇਡਾ ਨੂੰ, ਅਮਰੀਕਾ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਫਾਈਨੈਂਸ਼ੀਅਲ ਸੈਂਕਸ਼ਨਸ ਦੀ ਤਜਵੀਜ਼ ਦੇ ਦੇਣੀ ਚਾਹੀਦੀ ਹੈ। ਪਰ ਜਦੋਂ ਆਪਾਂ ਇੱਥੇ ਦੇਖੀਏ ਕਿ ਜਿਹੜਾ ਟ੍ਰੇਡ ਹੈ ਅਮਰੀਕਾ ਕੈਨੇਡਾ ਦੀ, ਉਸ ਦੇ ਵਿੱਚ ਜਿਹੜਾ ਕੈਨੇਡਾ ਵੀ ਬਹੁਤ ਜ਼ਿਆਦਾ ਡਿਪੈਂਡੈਂਟ ਹੈ ਅਮਰੀਕਾ ਦੇ ਵਿੱਚ। ਬਹੁਤ ਸਾਰੇ ਜਿਹੜੀਆਂ ਇੰਪੋਰਟਸ ਹੈ ਕੈਨੇਡਾ ਕਰਦਾ ਅਮਰੀਕਾ ਦੇ ਵਿੱਚ, ਬਹੁਤ ਸਾਰਾ ਪ੍ਰੋਡਿਊਸ ਉੱਥੋਂ ਹੁੰਦਾ ਹੈ। ਉਹ ਰੋਕ ਲਗਾਉਣੀ ਸੰਭਵ ਨਹੀਂ ਲੱਗਦੀ। ਸੋ ਜਸਟਿਨ ਟਰੂਡੋ ਉਹਨਾਂ ਨੇ ਵੀ ਬੜੀ ਨਿਰਾਸ਼ਾ ਜ਼ਾਹਰ ਕੀਤੀ ਇਸ ਫੈਸਲੇ 'ਤੇ। ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਜ਼ਰੂਰ ਚੱਕਾਂਗਾ ਜੋ ਬਾਈਡਨ ਉਹਨਾਂ ਦੇ ਅੱਗੇ। ਔਰ ਉਹਨਾਂ ਦੀ ਜਿਹੜੀ ਰੀਸੈਂਟ ਗੱਲ ਹੋਈ ਜਦੋਂ ਜੋ ਬਾਈਡਨ ਉਹਨਾਂ ਦਾ ਫੋਨ ਆਇਆ, ਉਹਨਾਂ ਨੂੰ ਪਹਿਲਾ ਫਾਰਮਲ ਫੋਨ ਆਇਆ, ਉਸ 'ਚ ਵੀ ਉਹਨਾਂ ਨੇ ਕਿਹਾ ਕਿ ਮੈਂ ਇਸ ਬਾਰੇ ਗੱਲ ਕੀਤੀ। ਅੱਧੇ ਘੰਟੇ ਦੇ ਕਰੀਬ ਉਹਨਾਂ ਦੇ ਆਪਸ ਦੇ ਵਿੱਚ ਇਸ ਲਈ ਗੱਲ ਹੋਈ ਹੈ। ਸੋ ਇਸ ਵਿੱਚ ਜਿਹੜੀ ਚਿੰਤਾ ਦੀ ਗੱਲ ਇਹ ਹੈ ਕਿ ਜਿਹੜਾ ਕੈਨੇਡਾ ਦੇ ਵੈਸਟਰਨ ਪਾਰਟ ਹੈ ਔਰ ਕੈਨੇਡਾ ਦੀ ਇਕੋਨਮੀ ਦੇ ਵਿੱਚ ਵੀ ਜਿਹੜਾ ਆਇਲ ਤੇ એનર્ਜੀ ਦਾ ਬਹੁਤ ਵੱਡਾ ਰੋਲ ਹੈ। ਬਹੁਤ ਬੂਮ ਵੀ ਦੇਖਿਆ ਹੈ ਆਇਲ ਸੈਕਟਰ ਨੇ। ਅੰਟਾਰੀਓ ਤੋਂ, ਬ੍ਰਿਟਿਸ਼ ਕੋਲੰਬੀਆ ਤੋਂ, ਸਾਰੇ ਪ੍ਰੋਵਿੰਸਿਸ ਤੋਂ ਲੋਕ ਕੰਮ ਕਰਨ ਲਈ ਉੱਥੇ ਆਇਲ ਸੈਂਡਸ ਦੇ ਵਿੱਚ ਜਾਂਦੇ ਰਹੇ ਨੇ। ਉੱਥੇ ਬਹੁਤ ਜ਼ਿਆਦਾ ਕੰਮ ਹੁੰਦਾ ਸੀ ਔਰ ਲੋਕ ਚੰਗੀ ਕਮਾਈ ਕਰਦੇ ਰਹੇ ਨੇ। ਔਰ ਉਸ ਦੇ ਨਾਲ ਜਿਹੜਾ ਦੇਸ਼ ਨੂੰ ਵੀ ਬੜਾ ਫਾਇਦਾ ਹੋਇਆ ਹੈ, ਉਸ ਇਕੋਨਮੀ ਨੂੰ ਬੜਾ ਬੂਮ ਕੀਤਾ ਹੈ। ਪਰ ਹੁਣ ਜਿਸ ਤਰ੍ਹਾਂ ਜਿਹੜਾ ਅਗਾਂਹ ਦੀ ਅਗਾਂਹ ਦੁਨੀਆ ਵੱਧ ਰਹੀ ਹੈ ਔਰ ਨਵੀਆਂ ਟੈਕਨੋਲੋਜੀਜ਼ ਆ ਰਹੀਆਂ ਨੇ, ਉਸ ਤੋਂ ਬਾਅਦ ਜਿਹੜਾ ਆਇਲ ਸੈਕਟਰ ਹੈ ਉਸ ਦੇ ਵਿੱਚ ਜਿਹੜੀ ਥੋੜ੍ਹੀ ਖੜੋਤ ਆਈ ਹੈ। ਹੋਰ ਜਿਹੜੇ ਦੇਸ਼ ਤੇਲ ਕੱਢਦੇ ਨੇ, ਜਿੱਥੇ ਤੇਲ ਦਾ ਕੱਢਣਾ ਸੌਖਾ ਹੈ, ਖਾਸ ਤੌਰ ਗਲਫ ਕੰਟਰੀ, ਔਰ ਜਦੋਂ ਓਪੈਕ ਦੀ ਗੱਲ ਆਉਂਦੀ ਹੈ ਉਹਨਾਂ ਨੇ ਤੇਲ ਦੇ ਭਾਅ ਵੀ ਬੜੇ ਘੱਟ ਕਰ ਦਿੰਦੇ ਨੇ। ਤਾਂ ਉਦੋਂ ਜਿਹੜਾ ਕਿਉਂਕਿ ਅਲਬਰਟਾ ਦੇ ਸੈਂਡਸ ਨੇ ਉੱਥੇ ਜਿਹੜਾ ਤੇਲ ਕੱਢਣ ਦਾ ਪ੍ਰੋਸੈਸ ਥੋੜ੍ਹਾ ਜਿਹਾ ਐਕਸਪੈਂਸਿਵ ਹੈ, ਮਹਿੰਗਾ ਹੈ। ਤੋ ਇਸ ਕਰਕੇ ਜਿਹੜੀ ਖੜੋਤ ਆ ਜਾਂਦੀ ਹੈ ਉਸ ਦੇ ਬੜੇ ਪ੍ਰਭਾਵ ਪੈਂਦੇ ਨੇ। ਅਤੇ ਇਸ ਤਰ੍ਹਾਂ ਦੇ ਪ੍ਰੋਜੈਕਟਸ ਜਦੋਂ ਅਨਾਊਂਸ ਹੁੰਦੇ ਨੇ ਉਦੋਂ ਸਰਕਾਰਾਂ ਨੂੰ ਇੱਕ ਮੌਕਾ ਮਿਲਦਾ ਹੈ ਲੋਕਾਂ ਨੂੰ ਇੱਕ ਆਸ ਦੀ ਕਿਰਨ ਦਿਖਾਉਣ ਦਾ, ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਪੋਲੀਟੀਕਲ ਸਿਸਟਮ ਉਹ ਚੱਲਦਾ ਹੀ ਇਸ ਗੱਲ 'ਤੇ ਹੈ ਕਿ ਜਿੰਨੇ ਜ਼ਿਆਦਾ ਲੋਕਾਂ ਨੂੰ ਸੁਪਨੇ ਦਿਖਾਏ ਜਾਣ ਅਤੇ ਉਹਨਾਂ ਸੁਪਨਿਆਂ ਨੂੰ ਵੇਚਿਆ ਜਾਵੇ। ਅਤੇ ਉਸ ਤੋਂ ਬਾਅਦ ਜਦੋਂ ਸੁਪਨੇ ਟੁੱਟਦੇ ਨੇ ਤਾਂ ਉਸ ਨੂੰ ਵੀ ਵੇਚਿਆ ਜਾਵੇ। ਤਾਂ ਇਹੀ ਸਾਰਾ ਕੁਝ ਚੱਲ ਰਿਹਾ ਹੈ। ਪਰ ਇਸ ਮੁੱਦੇ 'ਤੇ ਆਉਣ ਵਾਲੇ ਦਿਨਾਂ 'ਚ ਸਿਆਸਤ ਹੋਰ ਗਰਮਾਵੇਗੀ। ਤੋ ਆਪਣੀ ਰਿਪੋਰਟ 'ਚ ਆਪਾਂ ਦੇਖਦੇ ਹਾਂ ਕਿ ਜਿਹੜੀ ਕੀਸਟੋਨ ਐਕਸਐਲ ਪਾਈਪਲਾਈਨ ਹੈ, ਇਸ 'ਤੇ ਕਿਸ ਤਰ੍ਹਾਂ ਜਿਹੜੇ ਜੋ ਬਾਈਡਨ ਉਹਨਾਂ ਨੇ ਰੋਕ ਲਗਾਈ ਉਸ 'ਤੇ ਕੀ ਪ੍ਰਭਾਵ ਪੈ ਰਹੇ ਨੇ। ਉਸ ਤੋਂ ਬਾਅਦ ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਜਿਨ੍ਹਾਂ ਨਾਲ ਆਪਾਂ ਮੁਲਾਕਾਤ ਵੀ ਕਰਨ ਜਾ ਰਹੇ ਨੇ, ਸੁਰਿੰਦਰਪਾਲ ਸਿੰਘ ਹੋਣੀ, ਉਹ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਆਰਥਿਕ ਮਾਹਰ ਨੇ, ਉਹਨਾਂ ਨਾਲ ਵੀ ਆਪਾਂ ਇਸ ਕੀਸਟੋਨ ਐਕਸਐਲ ਪਾਈਪਲਾਈਨ ਦੇ ਮੁੱਦੇ 'ਤੇ ਉਸਦੇ ਕੀ ਫਾਈਨੈਂਸ਼ੀਅਲ ਇੰਪੈਕਟਸ ਪੈ ਸਕਦੇ ਨੇ ਕੈਨੇਡਾ ਦੀ ਇਕੋਨਮੀ 'ਤੇ, ਜਾਂ ਓਵਰਆਲ ਕੀ ਹੋ ਸਕਦਾ ਹੈ ਦੋਨੋਂ ਦੇਸ਼ਾਂ ਦੇ ਸੰਬੰਧਾਂ ਦੇ ਬਾਰੇ ਵੀ ਉਹਨਾਂ ਨਾਲ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਰਿਪੋਰਟ ਦੇਖਦੇ ਹਾਂ, ਉਸ ਤੋਂ ਬਾਅਦ ਆਪਾਂ ਤੁਹਾਡੀ ਮੁਲਾਕਾਤ ਕਰਾਵਾਂਗੇ ਸੁਰਿੰਦਰਪਾਲ ਜੀ। ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਬਾਅਦ ਜੋ ਬਾਈਡਨ ਨੇ ਕੈਨੇਡਾ ਨੂੰ ਤਕੜਾ ਝਟਕਾ ਦਿੱਤਾ ਹੈ। 20 ਜਨਵਰੀ 2021 ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਪਹਿਲੇ ਹੀ ਦਿਨ ਜੋ ਬਾਈਡਨ ਨੇ ਕੈਨੇਡਾ ਦੇ ਕੀਸਟੋਨ ਐਕਸਐਲ ਪਾਈਪਲਾਈਨ ਪ੍ਰੋਜੈਕਟ ਦੇ ਕੰਮ ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ 2015 ਦੇ ਵਿੱਚ ਬਰਾਕ ਓਬਾਮਾ ਨੇ ਵੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ 2017 ਦੇ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਡੋਨਾਲਡ ਟਰੰਪ ਨੇ ਇਸ ਫੈਸਲੇ ਨੂੰ ਉਲਟਾ ਦਿੱਤਾ ਤੇ ਪਰਮਿਟ ਜਾਰੀ ਕਰ ਦਿੱਤਾ। 2019 ਦੇ ਵਿੱਚ ਇਸ ਪਾਈਪਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਕੀਸਟੋਨ ਕੈਨੇਡਾ ਤੇ ਅਮਰੀਕਾ ਵਿਚਕਾਰ ਇੱਕ ਤੇਲ ਪਾਈਪਲਾਈਨ ਹੈ। ਅਮਰੀਕਾ ਦੇ ਵਾਤਾਵਰਣ ਪੱਖੀ ਲੋਕ ਤੇ ਸੰਗਠਨ ਇਸ ਦੇ ਵਿਰੋਧ ਦੇ ਵਿੱਚ ਰਹੇ ਨੇ, ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਪਾਈਪਲਾਈਨ ਜ਼ਰੀਏ ਜੋ ਤੇਲ ਆਉਣ ਵਾਲਾ ਹੈ ਉਸ ਤੋਂ ਹੋਣ ਵਾਲੀ ਕਾਰਬਨ ਨਿਕਾਸੀ 30% ਜ਼ਿਆਦਾ ਹੋਵੇਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਕੀਸਟੋਨ ਤੇਲ ਪਾਈਪਲਾਈਨ ਦੇ ਪਰਮਿਟ ਨੂੰ ਰੱਦ ਕਰਨ ਤੇ ਉਹ ਨਿਰਾਸ਼ ਹਨ।
Obviously, the decision on Keystone XL is a very difficult one for workers in Alberta and Saskatchewan who've had many difficult hits over the past years. We have been there for them. We will continue to be there for them. And I will express my concern for jobs and livelihoods in Canada, particularly in the West, directly in my conversation with President Biden. But I think the fact that we have so much alignment, not just me and President Biden, but Canadians and President Biden on values of creating jobs and prosperity for everyone, opportunities for everyone, investing in the fight against climate change as a way of growing the economy, looking to be coordinated and aggressive in stepping up in our measures against COVID-19. These are things that we're going to be able to dig into significantly. It's not always going to be perfect alignment with the United States. That's the case with any given president. But in a situation where we are much more aligned on values, on focus, on the work that needs to be done to give opportunities for everyone while we build a better future, I'm very much looking forward to working with President Biden. ਦੂਸਰੇ ਪਾਸੇ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਇਸ ਨੂੰ ਅਲਬਰਟਾ ਦੇ ਲੋਕਾਂ ਲਈ ਅਪਮਾਨ ਕਰਾਰ ਦਿੱਤਾ। ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪਹਿਲੇ ਹੀ ਦਿਨ ਜੋ ਬਾਈਡਨ ਨੇ ਆਪਣੇ ਸਹਿਯੋਗੀ ਵਪਾਰਕ ਭਾਈਵਾਲ ਨੂੰ ਝਟਕਾ ਦਿੱਤਾ ਹੈ। ਟਰੰਪ ਨੇ ਸਾਲ 2019 ਦੇ ਵਿੱਚ ਕੈਨੇਡਾ ਨਾਲ 1900 ਕਿਲੋਮੀਟਰ ਲੰਬੀ ਤੇਲ ਪਾਈਪਲਾਈਨ ਬਣਾਉਣ ਦਾ ਕਰਾਰ ਕੀਤਾ ਸੀ। ਇਸ ਜ਼ਰੀਏ ਇੱਕ ਦਿਨ ਦੇ ਵਿੱਚ ਲਗਭਗ 8,30,000 ਬੈਰਲ ਭਾਰੀ ਕੱਚੇ ਤੇਲ ਨੂੰ ਕੈਨੇਡਾ ਦੇ ਅਲਬਰਟਾ ਤੋਂ ਅਮਰੀਕਾ ਲਿਜਾਉਣ ਦੀ ਯੋਜਨਾ ਸੀ। ਹਾਲਾਂਕਿ ਜੋ ਬਾਈਡਨ ਨੇ ਇਸ ਨੂੰ ਰੱਦ ਕਰਕੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਹੁਣ ਸਿਰਫ ਸਵੱਛ ਊਰਜਾ ਤੇ ਹੀ ਜ਼ੋਰ ਦੇਵੇਗਾ।